ਤੇ ਜਿਹੜੇ ਬੰਦੇ ਸਾਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਮੇਰੇ ਪਰਿਵਾਰ ਨੂੰ ਬਚਾਇਆ ਜਾਵੇ। ਜਿਨ੍ਹਾਂ ਵਿੱਚ ਬੰਦੇ ਹੈਗੇ ਨੇ ਗੁਰਮੇਲ ਚੁੰਬਲ, ਬਹਾਦਰਪੁਰ ਦੇ ਸਰਪੰਚ ਸੁਰਿੰਦਰ ਪਾਲ ਤੇ ਰਵੀਨ ਕੁਮਾਰ SHO, ਕਿ ਜਿਹੜੇ ਮੇਰੇ ਪਰਿਵਾਰ ਨੂੰ ਦਬਾ ਰਹੇ ਆ ਤੇ ਧਮਕੀਆਂ ਦੇ ਰਹੇ ਨੇ। ਤੁਸੀਂ ਵੇਖ ਰਹੇ ਹੋ K9 ਨਿਊਜ਼ ਪੰਜਾਬ। ਅੱਗ ਲੈਣ ਆਈ ਤੇ ਘਰ ਵਾਲੀ ਬਣ ਬੈਠੀ, ਇਹੋ ਜਿਹੀਆਂ ਕਹਾਵਤਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ, ਪਰ ਅਸੀਂ ਤੁਹਾਨੂੰ ਅੱਜ ਇਹੋ ਜਿਹੀ ਹੀ ਇੱਕ ਘਟਨਾ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ। ਗੱਲ ਕਰਦੇ ਹਾਂ ਜੀ ਤੇਜਾ ਨਾਂ ਦੇ ਵਿਅਕਤੀ ਦੀ, ਜਿਸ ਨੇ ਬਿਹਾਰ ਤੋਂ ਪੰਜਾਬ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਸੀ। ਛੋਟੇ-ਮੋਟੇ ਕੰਮ ਕਰਦਾ ਇੱਕ ਦਿਨ ਉਹ ਆਪਣੀ ਮਿਹਨਤ ਸਦਕਾ ਇੱਕ ਮਾਰਬਲ ਦੀ ਦੁਕਾਨ ਦਾ ਮਾਲਕ ਬਣ ਜਾਂਦਾ ਹੈ ਤੇ ਆਪਣਾ ਕੰਮ ਵਧੀਆ ਚੱਲਦਾ ਦੇਖ ਉਹ ਆਪਣੇ ਭਰਾਵਾਂ ਨੂੰ ਵੀ ਬਿਹਾਰ ਤੋਂ ਬੁਲਾ ਕੇ ਆਪਣੇ ਨਾਲ ਹੀ ਕੰਮ ਵਿੱਚ ਲਾ ਲੈਂਦਾ ਹੈ। ਸਮਾਂ ਬੀਤਣ ਦੇ ਨਾਲ ਕੰਮ ਵੱਧਦਾ ਫੁੱਲਦਾ ਗਿਆ। ਇੱਕ ਦਿਨ ਅਚਾਨਕ ਪਾਰਟੀ ਦੇ ਦੌਰਾਨ ਤੇਜਾ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਹਸਪਤਾਲ ਪਹੁੰਚ ਕੇ ਉਸ ਦੀ ਮੌਤ ਹੋ ਜਾਂਦੀ ਹੈ, ਜਿਸ ਨੂੰ ਹਾਰਟ ਅਟੈਕ ਦਾ ਨਾਮ ਦਿੱਤਾ ਜਾਂਦਾ ਹੈ। ਮ੍ਰਿਤਕ ਤੇਜਾ ਦੇ ਪਰਿਵਾਰ ਨੂੰ ਇੱਕ ਬਹੁਤ ਹੀ ਧੱਕਾ ਲੱਗਦਾ ਹੈ, ਜਿਸ ਵਿੱਚ ਉਸ ਦੀ ਫੈਮਿਲੀ ਹੌਲੀ-ਹੌਲੀ ਸੰਭਲਣ ਲੱਗਦੀ ਹੈ ਤੇ ਉਹਨਾਂ ਦੇ ਪਰਿਵਾਰ ਦੇ ਜੋ ਬਾਹਰਲੇ ਕੰਮ ਸਨ ਉਸ ਦੀ ਦੇਖਭਾਲ ਤੇਜਾ ਦਾ ਛੋਟਾ ਭਰਾ ਰਵੀਨ ਕੁਮਾਰ ਕਰਨ ਲੱਗਦਾ ਹੈ। ਇੱਥੋਂ ਸ਼ੁਰੂ ਹੁੰਦੀ ਹੈ ਤੇਜਾ ਦੀ ਪਤਨੀ ਤੇ ਬੱਚਿਆਂ ਦੀ ਨਰਕ ਭਰੀ ਜ਼ਿੰਦਗੀ ਦੀ ਸ਼ੁਰੂਆਤ। ਰਵੀਨ ਕੁਮਾਰ ਹੌਲੀ-ਹੌਲੀ ਸਾਰੇ ਬਿਜ਼ਨਸ ਨੂੰ ਆਪਣੇ ਕੰਟਰੋਲ ਵਿੱਚ ਕਰ ਲੈਂਦਾ ਹੈ। ਵੇਚ-ਵਟ ਦਾ ਸਾਰਾ ਹਿਸਾਬ ਕਿਤਾਬ ਉਸਦੇ ਹੱਥ ਆ ਜਾਣ ਕਾਰਨ ਹੌਲੀ-ਹੌਲੀ ਉਸਦੇ ਅਸਲੀ ਮਾਲਕਾਂ ਨੂੰ ਵੀ ਪੈਸੇ ਲਈ ਮੁਹਤਾਜ ਕਰ ਦਿੰਦਾ ਹੈ। ਤੇਜੇ ਦੀ ਪਤਨੀ ਅਤੇ ਬੱਚਿਆਂ ਨੂੰ ਸਿਰਫ ਰਾਸ਼ਨ ਦੇ ਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਸਮਝਣ ਲੱਗ ਪੈਂਦਾ ਹੈ, ਜਿਸ ਨੂੰ ਤੇਜੇ ਨੇ ਸਿਰਫ ਅਕਾਊਂਟ ਦੇਖਣ ਲਈ ਰੱਖਿਆ ਸੀ। ਅੱਜ ਉਹ ਉਸਦੇ ਬੱਚਿਆਂ ਨੂੰ ਪੈਸੇ ਲਈ ਤਰਸਾਉਣ ਲੱਗ ਪਿਆ ਸੀ ਤੇ ਖੁਦ ਮਾਲਕ ਬਣ ਗਿਆ ਸੀ। ਕਹਾਣੀ ਦੇ ਵਿੱਚ ਟਵਿਸਟ ਉਸ ਟਾਈਮ ਆਉਂਦਾ ਹੈ ਜਦ ਇੱਕ ਸਟੇਟ ਲੈਵਲ ਦਾ ਲੀਡਰ ਸਾਡੇ ਪੱਤਰਕਾਰ ਨੂੰ ਇਹ ਕਹਿੰਦਾ ਹੈ ਕਿ ਕਿਸੇ ਸਿਆਸੀ ਸਾਜ਼ਿਸ਼ ਦੇ ਤਹਿਤ ਮੇਰਾ ਨਾਂ ਇਸ ਮਾਮਲੇ ਵਿੱਚ ਘਸੀਟਿਆ ਜਾ ਰਿਹਾ ਹੈ। ਹੁਣ ਸਿਆਸਤ ਕੌਣ ਕਰ ਰਿਹਾ ਹੈ, ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ, ਕਿਉਂਕਿ ਜਦ ਲੀਡਰ ਹੀ ਪੱਤਰਕਾਰਾਂ ਨੂੰ 6-6 ਹਜ਼ਾਰ ਰੁਪਏ ਦੇ ਕੇ ਖਰੀਦਦੇ ਹਨ ਤੇ ਬਾਅਦ ਵਿੱਚ ਉਹਨਾਂ ਹੀ ਪੱਤਰਕਾਰਾਂ ਨੂੰ ਆਪਣੀ ਹੀ ਪਾਰਟੀ ਵਿੱਚ ਸ਼ਾਮਿਲ ਕਰਕੇ ਅਹੁਦੇਦਾਰ ਬਣਾਇਆ ਜਾਂਦਾ ਹੈ, ਤਾਂ ਕਿ ਉਸ ਟਾਈਮ ਨਹੀਂ ਪਤਾ ਲੱਗਦਾ ਕਿ ਸਿਆਸਤ ਹੋ ਰਹੀ ਹੈ ਜਾਂ ਸਿਆਸਤ ਆਪਣੇ ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਹੀ ਚੇਤੇ ਆਉਂਦੀ ਹੈ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਤੇ ਉਸ ਤੋਂ ਬਾਅਦ ਸ਼ੁਰੂ ਹੁੰਦੇ ਹਨ ਧਰਨੇ ਮੁਜ਼ਾਹਰੇ ਤੇ ਇਸ ਧਰਨਿਆਂ ਨੂੰ ਕਾਮਯਾਬ ਕਰਨ ਲਈ ਸਹਾਇਕ ਹੁੰਦੇ ਹਨ ਕੁਝ ਕੁਰਸੀਆਂ ਤੇ ਬੈਠੇ ਪਬਲਿਕ ਸਰਵੈਂਟ, ਜੋ ਕਿ ਸਰਕਾਰ ਨੇ ਬਿਠਾਏ ਤਾਂ ਲੋਕਾਂ ਦੀ ਸੇਵਾ ਲਈ ਹਨ, ਪਰ ਲੋਕਾਂ ਦੀ ਸੇਵਾ ਘੱਟ ਤੇ ਲੀਡਰਾਂ ਦੇ ਅੱਗੇ ਪਿੱਛੇ ਇਹ ਜ਼ਿਆਦਾ ਘੁੰਮਦੇ ਹਨ। ਅੱਗੇ ਤੁਸੀਂ ਖੁਦ ਸੁਣੋਗੇ ਤੇਜੇ ਦੀ ਪਤਨੀ ਤੇ ਉਸ ਦੀ ਲੜਕੀ ਦੇ ਮੂੰਹੋਂ ਉਹਨਾਂ ਤੇ ਹੋ ਰਹੇ ਜ਼ੁਲਮਾਂ ਦੀ ਦਾਸਤਾਨ। K9 ਨਿਊਜ਼ ਪੰਜਾਬ ਤੋਂ ਅਸ਼ੋਕ ਤੇ ਵਰਿੰਦਰ ਦੀ ਖਾਸ ਪੇਸ਼ਕਸ਼। ਅੱਜ ਦਿੱਤੀ ਸੀ ਨੂਰਮਹਿਲ ਥਾਣੇ, ਜਿਸ ਤੁਸੀਂ ਪ੍ਰੋਪਰਟੀ ਦਾ ਡਿਸਪਿਊਟ ਦਾ ਜ਼ਿਕਰ ਕੀਤਾ, ਸਾਨੂੰ ਦੱਸੋ ਕੀ ਮਸਲਾ ਕੀ ਹੈ? ਸਰ, ਦੁਕਾਨ ਮੇਰੇ ਪਾਪਾ ਦੀ ਸੀ, ਆਲੀਸ਼ਾਨ ਮਾਰਬਲ ਉਹਨਾਂ ਨੇ ਸਟਾਰਟ ਕੀਤੀ ਤੇ ਮੇਰੇ ਚਾਚਾ ਰਵੀਨ ਕੁਮਾਰ ਉੱਥੇ ਹਿਸਾਬ ਕਿਤਾਬ ਦਾ ਕੰਮ ਦੇਖ ਰਹੇ ਸੀ, ਪਰ ਹੌਲੀ-ਹੌਲੀ ਉਹਨਾਂ ਦੀ ਡੈਥ ਤੋਂ ਬਾਅਦ ਉਹ ਆਪਣੇ ਨਾਂ 'ਤੇ ਸਭ ਕੁਝ ਕਰਾਏ ਗਏ ਤੇ ਹੁਣ ਉਹ ਕਹਿੰਦੇ ਕਿ ਦੁਕਾਨ ਹੀ ਸਾਡੀ ਹੈ ਤਾਂ ਸਾਨੂੰ ਸਾਡੀ ਦੁਕਾਨ ਨਹੀਂ ਦੇ ਰਿਹਾ। ਅਸੀਂ ਚਾਹੁੰਦੇ ਹਾਂ ਕਿ ਸਾਡੀ ਦੁਕਾਨ ਸਾਨੂੰ ਵਾਪਸ ਦਿੱਤੀ ਜਾਵੇ ਤੇ ਉਹ ਨਹੀਂ ਦੇ ਰਹੇ। ਜਦ ਅਸੀਂ ਇਹਦੀ ਦਰਖਾਸਤ ਵੀ ਦਿੱਤੀ ਤੇ ਉਹ ਸਾਰੇ ਹੁਣ ਸਾਨੂੰ ਹੀ ਧਮਕੀਆਂ ਦੇ ਰਹੇ ਨੇ। ਤੇ ਦਰਖਾਸਤ ਤੁਸੀਂ ਕਿੱਥੇ ਦਿੱਤੀ? SSP ਜਲੰਧਰ, SSP ਦਿਹਾਤੀ ਜਲੰਧਰ। ਹਾਂਜੀ, ਤੇ ਜੋ ਉਹ ਮਾਰਕ ਹੋ ਕੇ ਨੂਰਮਹਿਲ ਥਾਣੇ ਵਿੱਚ ਆਈ ਹੈ ਤੇ ਉਹਨਾਂ ਨੇ ਸਾਨੂੰ ਸੱਦਿਆ, ਪਰ ਜਦੋਂ ਅਸੀਂ ਉੱਥੇ ਗਏ ਸਾਡੀ ਗੱਲ ਨਹੀਂ ਸੁਣੀ, ਕਿਉਂਕਿ ਜਦੋਂ ਮੈਂ ਦੁਬਾਰਾ ਵੀ ਦੇਣ ਗਈ ਹਾਂ ਤਾਂ ਉਹਨਾਂ ਨੇ ਕਿਹਾ ਕਿ DSP ਕੋਲ ਆਉਣੀ ਹੈ, ਪਰ ਹਜੇ ਤੱਕ ਉਹ ਦਰਖਾਸਤ ਦਾ ਕੋਈ ਜਵਾਬ ਨਹੀਂ ਆਇਆ ਜਦੋਂ ਦੁਬਾਰਾ ਦਿੱਤੀ ਹੈ ਤਾਂ। ਤੇ ਹੁਣ ਮੈਂ ਚਾਹੁੰਦੀ ਕਿ ਜਿੰਨੇ ਵੀ ਹੈ ਉਹ DSP ਕੋਲ ਮਾਰਕ ਹੋ ਕੇ ਆਉਣ ਤੇ ਸਾਡੀ ਸੁਣਵਾਈ ਹੋਵੇ ਤੇ ਸਾਨੂੰ ਫੈਸਲਾ ਮਿਲੇ। ਮੰਨ ਲਓ ਤੁਸੀਂ ਆਪਣੀ ਦਰਖਾਸਤ ਤੇ ਸੁਣਵਾਈ ਨੂਰਮਹਿਲ ਥਾਣੇ 'ਚ ਨਹੀਂ ਕਰਵਾਉਣਾ ਚਾਹੁੰਦੇ? ਹਾਂਜੀ, ਬਿਲਕੁਲ ਹੀ ਨਹੀਂ, ਕਿਉਂਕਿ ਇੱਥੇ ਸਾਡੀ ਸੁਣਦੇ ਨਹੀਂ। ਉਹ ਕਹਿੰਦੇ ਜੋ ਪ੍ਰਧਾਨ ਨੇ ਕਹਿ ਤਾ ਬਸ ਉਹੀ ਹੋਣਾ, ਜੋ ਗੁਰਮੇਲ ਚੁੰਬਲ ਜਾਂ ਬਹਾਦਰਪੁਰ ਦੇ ਸਰਪੰਚ ਨੇ ਉਹਨਾਂ ਨੇ ਕਹਿ ਤਾ ਬਸ ਉਹੀ ਹੋਣਾ ਆ। ਇਸ ਮਸਲੇ ਦੇ ਵਿੱਚ ਗੁਰਮੇਲ ਚੁੰਬਲ ਦਾ ਜਾਂ ਬਹਾਦਰਪੁਰ ਦੇ ਸਰਪੰਚ ਦਾ ਕੀ ਰੋਲ ਹੈ? ਉਹ ਤੁਹਾਡੇ ਕੋਈ ਪਿਤਾ ਦੇ ਭਾਈਵਾਲ ਸੀਗੇ? ਨਹੀਂ, ਉਹ ਸਾਡੇ ਵੱਲ ਕਦੀ ਨਹੀਂ ਹੋਏ। ਉਹ ਪਾਪਾ ਦੇ ਨਾਲ ਉੱਦਾਂ ਹੀ ਆਉਂਦੇ ਜਾਂਦੇ ਰਹੇ ਆ, ਉਹਨਾਂ ਨੂੰ ਜਾਣਦੇ ਸੀ ਤੇ ਉਹ ਹੁਣ ਚਾਚਾ ਦੇ ਵੱਲ ਹੋਏ ਆ ਕਿ ਉਹ ਕਹਿੰਦੇ ਕਿ ਬਸ ਉਹਨਾਂ ਨੇ ਜੋ ਕਹਿ ਤਾ ਬਸ ਉਹੀ ਕਰਨਾ, ਜੋ ਰਵੀਨ ਕੁਮਾਰ ਨੇ ਕਿਹਾ ਬਸ ਅਸੀਂ ਉਹੀ ਕਰਨਾ ਆ। ਰਵੀਨ ਕੁਮਾਰ ਜਾਂ ਗੁਰਮੇਲ ਚੁੰਬਲ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਸਾਰੀ ਆਪਣੀ ਗੱਲ ਤਾਂ ਦੱਸ ਦਿੱਤੀ, ਪਰ ਜਦੋਂ ਮੇਰੀ ਵਾਰੀ ਸੁਣਨ ਦੀ ਆਈ ਉਹਨਾਂ ਨੇ ਸੁਣਿਆ ਕੁਛ ਨਹੀਂ ਤੇ ਉਹ ਕਹਿੰਦੇ ਤੁਸੀਂ ਸਾਈਨ ਕਰਕੇ ਬਸ ਚਲੇ ਜਾਓ। ਮੈਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਅਸੀਂ ਸਾਈਨ ਕਰਕੇ ਨਹੀਂ ਜਾਣਾ, ਤੁਸੀਂ ਹੱਕ ਇਹਦਾ ਫੈਸਲਾ ਕਰੋ ਤੇ ਸਾਨੂੰ ਦਿੱਤਾ ਜਾਵੇ ਸਾਡੀ ਦੁਕਾਨ, ਪਰ ਉਹ ਮੰਨੇ ਨਹੀਂ। ਉਹ ਕਹਿੰਦੇ ਵੀ ਕਿਉਂਕਿ ਗੁੱਡੀ ਤੂੰ ਬਹੁਤ ਬੋਲਦੀ ਆ, ਅਸੀਂ ਤੈਨੂੰ ਦੇਣਾ ਨਹੀਂ, ਵੀ ਤੂੰ ਜਿੱਥੇ ਜਾਣਾ ਚੱਲ ਜਾ।
ਤੇ ਉਹ ਦਬਾਅ ਪਾਈ ਗਏ ਕਿ ਸਾਈਨ ਕਰਕੇ ਚਲ ਜਾ। ਅਸੀਂ ਮੈਂ ਉੱਥੇ ਸਾਈਨ ਕਰਕੇ ਆਈ ਨਹੀਂ, ਤਾਂ ਕਹਿੰਦੇ ਜ਼ਿਆਦਾ ਸੋਚਣ ਦਾ ਟਾਈਮ ਹੈ ਨਹੀਂ ਕਿ ਤੁਸੀਂ ਸਾਈਨ ਕਰਕੇ ਹੀ ਜਾਓ, ਹੁਣ ਇਸ ਤੋਂ ਇਲਾਵਾ ਨਹੀਂ। ਤੇ ਬਾਅਦ ਵਿੱਚ ਕਹਿੰਦੇ 2 ਦਿਨ ਬਾਅਦ ਆਇਓ। 2 ਦਿਨ ਬਾਅਦ ਗਏ, ਫਿਰ ਉਸ ਟਾਈਮ ਵੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਉਹਨਾਂ ਦੀ ਗੱਲ ਸੁਣ ਕੇ ਜਦੋਂ ਪੁਲਿਸ ਸਟੇਸ਼ਨ ਤੋਂ ਦੌੜ ਗਏ ਦੋਵੇਂ, ਸਰਪੰਚ ਤੇ ਰਵੀਨ ਕੁਮਾਰ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਗੱਲ ਤਾਂ ਸੁਣ ਲਈ, ਹੁਣ ਸਾਡੀ ਗੱਲ ਸੁਣੋ। ਹਾਂਜੀ, ਕਿ ਪਰ ਉਹ ਕਹਿੰਦੇ ਕਿ ਵੀ ਨਹੀਂ, ਹੁਣ ਉਹ ਜਿਹੜੇ ਚਲੇ ਗਏ ਆ, ਹੁਣ ਤੁਸੀਂ ਜਿੱਥੇ ਜਾਣਾ ਜਾਓ, ਅਸੀਂ ਇਹਦੇ ਵਿੱਚ ਕੁਝ ਨਹੀਂ ਕਰਨਾ। ਤੁਸੀਂ ਜਿੰਨਾ ਕੋਲ ਜਾਣਾ ਜਾਓ, ਅਸੀਂ ਨਹੀਂ ਕਰਨਾ। ਤੁਸੀਂ ਕੋਰਟ ਜਾਣਾ ਕੋਰਟ ਜਾਓ, ਅਸੀਂ ਇਹ 'ਚ ਕੁਝ ਨਹੀਂ ਕਰਨਾ। ਅਸੀਂ ਸਾਡੇ ਵੱਲੋਂ ਹੋਏ ਵੀ ਕਿ ਤੁਸੀਂ ਵੀ ਤਾਂ ਹੈਗੇ ਮੁਲਾਜ਼ਮ ਆ, ਕਿ ਸਾਡੀ ਮਦਦ ਕਰੋ, ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਵੀ ਕੁਛ ਨਹੀਂ ਕਰੋ। ਉਹ ਕਹਿੰਦੇ ਨਹੀਂ, ਤੁਸੀਂ ਹੁਣ ਜਿੱਥੇ ਜਾਣਾ ਜਾਓ, ਅਸੀਂ ਇਹ 'ਚ ਕੁਝ ਨਹੀਂ ਕਰਨਾ। ਠੀਕ ਹੈ। ਉਸ ਤੋਂ ਬਾਅਦ ਫਿਰ ਤੁਸੀਂ ਐਸਐਸਪੀ ਦਫ਼ਤਰ ਗਏ ਸੀ? ਹਾਂਜੀ ਹਾਂਜੀ। ਉੱਥੇ ਕੀ ਦਰਖਾਸਤ ਦੇ ਕੇ ਆਏ ਹੋ? ਉੱਥੇ ਅਸੀਂ ਇਹੀ ਦਰਖਾਸਤ ਦੇ ਕੇ ਆਏ ਕਿ ਦੁਕਾਨ ਮੇਰੇ ਪਾਪਾ ਦੀ ਹੈ, ਤੇ ਜਿਹੜੇ ਤੁਸੀਂ ਮਾਰ ਕਰਕੇ ਭੇਜਿਆ ਥਾਣੇ ਨੂਨ ਮਹਿਲ ਵਿੱਚ, ਪਰ ਉੱਥੇ ਕੋਈ ਸੁਣਵਾਈ ਨਹੀਂ ਹੋਈ ਹੈ। ਤੇ ਹੁਣ ਸਾਡੀ ਰਿਕੁਐਸਟ ਹੈ ਕਿ ਸਾਡਾ ਥਾਣਾ ਬਦਲ ਦਿੱਤਾ ਜਾਵੇ, ਡੀਐਸਪੀ ਕੋਲ ਨਕੋਦਰ ਕਰ ਦਿੱਤਾ ਜਾਵੇ, ਤਾਂ ਕਿ ਸਾਡੀ ਸੁਣਵਾਈ ਹੋਣ ਸਹੀ ਤਰੀਕੇ ਨਾਲ, ਤੇ ਸਿਆਸੀ ਦਬਾਅ ਇਹਨਾਂ ਜਿਹੜੇ ਸਿਆਸੀ ਬੰਦੇ ਹੈ ਉਹ ਇਹਨਾਂ ਤੋਂ ਦੂਰ ਰਹਿਣ। ਇੱਕ ਤੁਸੀਂ ਹਲਫੇ ਬਿਆਨ ਦਿੱਤਾ, ਜੇ ਤੁਸੀਂ ਲਿਖਿਆ ਵੀ ਤੁਹਾਨੂੰ ਧਮਕੀਆਂ ਮਿਲਦੀਆਂ, ਹਾਂਜੀ। ਧਮਕੀਆਂ ਕਿਸ ਤਰ੍ਹਾਂ ਤੋਂ ਮਿਲਦੀਆਂ? ਧਮਕੀਆਂ ਰਵੀਨ ਕੁਮਾਰ ਵੱਲੋਂ ਮਿਲਦੀਆਂ ਨੇ ਕਿ ਜੇ ਅਸੀਂ ਕਿਸੇ ਹੋਰ 4 ਬੰਦੇ ਉੱਦਾਂ ਹੈ, ਜਿਹਨੇ ਕਿ ਇੱਕ ਰਵੀਨ ਕੁਮਾਰ, ਗੁਰਮੇਲ ਚੁੰਬਰ, ਸਰਪੰਚ ਬਹਾਦਰਪੁਰ ਦੇ, ਤੇ ਐਸਐਚਓ ਜਿਹੜੇ ਨੂਰਮਹਿਲ ਥਾਣਾ ਦੇ ਨੇ, ਉਹ ਕਹਿੰਦੇ ਨੇ ਕਿ ਵੀ ਜੇ ਅਸੀਂ ਉਹਨਾਂ ਦਾ ਫੈਸਲਾ ਨਹੀਂ ਮੰਨਿਆ, ਉਹਨਾਂ ਨੇ ਸਾਡਾ ਕੁਝ ਨਹੀਂ ਕਰਨਾ। ਸਾਨੂੰ ਧਮਕੀ ਇੱਦਾਂ ਦਿੰਦੇ ਕਿ ਜੇ ਅਸੀਂ ਕਿਸੇ ਹੋਰ ਵੱਲ ਗਏ ਮਦਦ ਲਈ, ਤਾਂ ਉਹਨਾਂ ਨੂੰ ਵੀ ਨਹੀਂ ਛੱਡਣਾ ਤੇ ਸਾਨੂੰ ਵੀ ਨਹੀਂ ਛੱਡਣਾ। ਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਪਰਿਵਾਰ ਦੀ ਤੇ ਮੇਰੀ ਸੁਰੱਖਿਆ ਵੀ ਕੀਤੀ ਜਾਵੇ। ਤੇ ਜਿਹੜੇ ਸਰਪੰਚ ਬਹਾਦਰਪੁਰ ਦੇ ਨੇ, ਉਹਨਾਂ ਨੇ ਚੈੱਕ ਕਰਾਈ ਮੇਰੀ ਮੰਮੀ ਤੋਂ 1 ਲੱਖ ਰੁਪਈਆ ਕਰੀਬਨ 1 ਸਾਲ ਪਹਿਲਾਂ ਲਿਆ, ਤੇ ਹੁਣ ਉਹ ਵਾਪਸ ਵੀ ਨਹੀਂ ਕਰ ਰਹੇ ਤੇ ਮੁੱਕਰਦੇ ਪਏ ਆ ਕਿ ਮੁੱਕਰਦੇ ਪਏ। ਪਰ ਅਸੀਂ ਉਹਨਾਂ ਨੂੰ ਕਿਹਾ ਵੀ ਕਿ ਚੈੱਕ ਲੱਗਾ ਹੋਇਆ, ਤਾਂ ਉਹ ਗੱਲ ਨੂੰ ਟਾਲਦੇ ਪਏ ਆ, ਪੈਸੇ ਦੇਣ ਦੀ ਗੱਲ ਨਹੀਂ ਕਰਦੇ ਪਏ ਸਾਡੇ ਨਾਲ। ਪੈਸੇ ਤੋਂ ਮੁੱਕਰ ਰਹੇ ਆ। ਹਾਂਜੀ। ਤੇ ਇਹ ਤਾਂ ਨਹੀਂ ਵੀ ਪੈਸੇ ਕਰਕੇ ਨਹੀਂ, ਉਹ ਦੂਜੇ ਪਾਸੇ ਹੋ ਗਏ ਤੇ ਤੁਹਾਡੇ ਪੈਸੇ ਮੋੜਨੇ ਪੈਣੇ ਆ। ਜੀ ਪਰ ਉਹ ਤਾਂ ਚੈੱਕ ਲੈ ਕੇ ਗਏ ਆ, ਤੇ ਭਾਵੇਂ ਉਹ ਜਿੱਧਰ ਮਰਜ਼ੀ ਜਾਣ, ਉਹਨਾਂ ਨੂੰ ਤਾਂ ਪੈਸੇ ਮੋੜਨੇ ਪੈਣੇ ਆ। ਪਰ ਮਦਦ ਸਾਡੇ ਤੋਂ ਪੈਸੇ ਲਏ ਆ ਤੇ ਸਾਡੇ ਵੱਲ ਹੋਣਾ ਚਾਹੀਦਾ, ਪਰ ਤਾਂ ਵੀ ਅਸੀਂ ਤਾਂ ਉਹਨਾਂ ਨੂੰ ਕਿਹਾ ਤੁਸੀਂ ਸਰਪੰਚ ਨੇ, ਪੈਸੇ ਲੈ ਕੇ ਵੀ ਦੂਜੀ ਸਾਈਡ ਹੋ ਗਏ। ਹਾਂਜੀ, ਕਿ ਉਹਨਾਂ ਨੇ ਪੈਸੇ ਇਸ ਕਰਕੇ ਲਿਆ ਸੀ ਕਿ ਉਹਨਾਂ ਦੀ ਮੰਮੀ ਨੂੰ ਨੀਡ ਹੈ, ਤੇ ਪਰ ਹੁਣ ਉਹ ਅਸੀਂ ਤਾਂ ਵਾਪਸ ਮੰਗਿਆ, ਉਹਨਾਂ ਨੇ ਦਿੰਦੇ ਨਹੀਂ। ਉਦੋਂ ਕਿਹਾ ਸੀ ਕਿ 1 ਮਹੀਨੇ ਦੇ ਵਿੱਚ ਵਾਪਸ ਕਰਾਂਗੇ, ਜੋ ਕਿ ਨਹੀਂ ਦੇ ਰਿਹਾ। ਤੇ ਅਸੀਂ ਹੁਣ ਕਹਿੰਦੇ ਕਿ ਵੀ ਤੁਸੀਂ ਸਰਪੰਚ ਹੋ, ਜਾਂ ਤਾਂ ਤੁਸੀਂ ਬੈਠ ਕੇ ਵਿਚੋਲੇ ਬਣ ਕੇ ਗੱਲ ਕਰਾਓ, ਪਰ ਜਾਂ ਤਾਂ ਫਿਰ ਜਿਹੜਾ ਮਾਮਲਾ ਉਹ ਸੁਲਝਾ ਦਿਓ। ਹਾਂਜੀ, ਤੇ ਜਾਂ ਫਿਰ ਤੁਸੀਂ ਵਿੱਚ ਹੀ ਨਾ ਬੋਲੋ ਵੀ ਸਾਡੇ ਆਪਸ ਦਾ ਮਾਮਲਾ ਅਸੀਂ ਕਰ ਲਾਂਗੇ। ਪਰ ਉਹ ਨਹੀਂ, ਉਹ ਹਮੇਸ਼ਾ ਚਾਚੇ ਦੇ ਵੱਲ ਹੀ ਆਉਂਦੇ, ਤੇ ਕੁਝ ਵੀ ਚਾਚੇ ਨੂੰ ਪੁੱਛੋ, ਰਵੀਨ ਕੁਮਾਰ ਨੂੰ ਪੁੱਛੋ, ਜਵਾਬ ਹਮੇਸ਼ਾ ਸਰਪੰਚ ਬਹਾਦਰਪੁਰ ਵਾਲੇ ਨਹੀਂ ਦੇਣਾ ਆ। ਅੱਛਾ, ਤੁਹਾਡੇ ਚਾਚਾ ਜੀ ਗੱਲ ਨਹੀਂ ਕਰਦੇ? ਨਹੀਂ, ਉਹ ਗੱਲ ਨਹੀਂ ਕਰਦੇ ਆ। ਤੇ ਜਦੋਂ ਘਰ ਦੇ ਵਿੱਚ ਰਹਿੰਦੇ ਸੀ, ਉਦੋਂ ਮਤਲਬ ਰਾਤ ਨੂੰ ਧਮਕੀਆਂ ਦਿਵਾਣੇ, ਜਾਂ ਕਿਸੇ ਨੂੰ ਫੋਨ ਤੇ ਗੱਲ ਕਰਵਾਉਣਾ ਜ਼ਬਰਦਸਤੀ ਕਿ ਤੂੰ ਉਹਨਾਂ ਨਾਲ ਗੱਲ ਕਰ, ਫਿਰ ਉੱਧਰੋਂ ਉਹਨਾਂ ਨੇ ਗਾਲਾਂ ਗੂਲਾਂ ਕੱਢਣੀਆਂ, ਇੱਦਾਂ ਦੇ ਕੰਮ ਕਰਦੇ ਰਹੇ ਉਹ ਬਸ। ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਜੀ? ਅਸੀਂ ਚਾਹੁੰਦੇ ਹਾਂ ਕਿ ਅਸੀਂ ਮਾਲਕ ਹੈ ਉਹਨਾਂ ਦੁਕਾਨ ਦੀ, ਤੇ ਹੁਣ ਉਹ ਦੁਕਾਨ ਸਾਨੂੰ ਦੇ ਦਿੱਤੀ ਜਾਵੇ। ਜਿੱਦਾਂ ਹੁਣ ਉਹ ਕਹਿ ਰਹੇ ਕਿ ਉਹਨਾਂ ਦੀ ਦੁਕਾਨ ਹੈ, ਪਰ ਤੁਹਾਨੂੰ ਕੰਮ ਕਰਨ ਦਿੱਤਾ ਜਾਵੇ। ਹਾਂਜੀ, ਕੰਮ ਸ਼ੁਰੂ ਕਰਨ ਦਿੱਤਾ ਜਾਵੇ। ਜਿੱਦਾਂ ਹੁਣ ਅਸੀਂ ਕਬਜ਼ਾ ਕੀਤਾ ਹੋਇਆ, ਪਰ ਹੁਣ ਸਾਨੂੰ ਉਹ ਇਹ ਡਰ ਹੈ ਕਿ ਜੇ ਅਸੀਂ ਦੁਕਾਨ 'ਤੇ ਗਏ ਤਾਂ ਉਹਨਾਂ ਨੇ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਕਰਨਾ ਆ, ਕਿਉਂਕਿ ਉਹ ਅੱਗੇ ਇੰਨੇ ਧਮਕੀਆਂ ਦਿਵਾ ਰਹੇ ਆ, ਤੇ ਹੁਣ ਵੀ ਰੁਕਦੇ ਨਹੀਂ ਪਏ। ਹੁਣ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਇਹੀ ਕਿਹਾ ਜਾ ਰਿਹਾ ਕਿ ਜੇ ਅਸੀਂ ਕਬਜ਼ਾ ਕੀਤਾ ਤਾਂ ਹੋਇਆ, ਪਰ ਜੇ ਇੱਧਰ ਅਸੀਂ ਦੁਕਾਨ ਖੋਲ੍ਹਿਆ, ਉਹਨਾਂ ਨੇ ਮੇਰੇ ਪਰਿਵਾਰ ਨੂੰ ਨਹੀਂ ਛੱਡਣਾ। ਤੇ ਹੁਣ ਇਸ ਪ੍ਰਸ਼ਾਸਨ 'ਚ ਚਾਹੁੰਦੇ ਕਿ ਦੁਕਾਨ 'ਤੇ ਅਸੀਂ ਕਬਜ਼ਾ ਕੀਤਾ, ਸਾਨੂੰ ਚਲਾਉਣ ਦੀ ਪਰਮਿਸ਼ਨ ਵੀ ਹੋਵੇ। ਤੇ ਤੁਸੀਂ ਕਬਜ਼ਾ ਨਹੀਂ ਕੀਤਾ, ਦੁਕਾਨ ਤੁਹਾਡੀ ਹੈ। ਹਾਂਜੀ, ਅਸੀਂ ਹੁਣ ਆਪਣਾ ਜਿੰਦਾ ਲਾਇਆ, ਤੇ ਉਹ ਹੁਣ ਅਸੀਂ ਚਾਹੁੰਦੇ ਜੇ ਮੈਂ ਦੁਕਾਨ ਚਲਾਉਂਦੀ ਹਾਂ ਤੇ ਮੇਰੇ ਪਰਿਵਾਰ ਨੂੰ ਜੋ ਕੁਝ ਵੀ ਹੋਇਆ ਅਗਰ, ਤੇ ਉਹਦੇ ਜ਼ਿੰਮੇਵਾਰ ਸਿਰਫ 4 ਲੋਕ ਹੀ ਹੋਣਗੇ ਜਿਹੜੇ ਸਾਨੂੰ ਧਮਕੀਆਂ ਦਿਵਾ ਰਹੇ, ਰਵੀਨ ਕੁਮਾਰ, ਗੁਰਮੇਲ ਚੁੰਬਰ, ਸਰਪੰਚ ਬਹਾਦਰਪੁਰ ਦੇ ਸਮਰਾ, ਤੇ ਸੁਰਿੰਦਰਪਾਲ ਸਮਰਾ, ਤੇ ਐਸਐਚਓ, ਜਿਨ੍ਹਾਂ ਨੇ ਸਾਡੀ ਗੱਲ ਬਿਲਕੁਲ ਨਹੀਂ ਸੁਣੀ, ਤੇ ਸਾਡੇ ਤੁਹਾਡੀ ਸੁਣਵਾਈ ਨਹੀਂ ਕੀਤੀ, ਤੇ ਦਰਖਾਸਤ 'ਤੇ ਵੀ ਬਿਲਕੁਲ ਵੀ ਕੁਝ ਨਹੀਂ ਕੀਤਾ। ਤੇ ਜਦੋਂ ਹੁਣ ਐਸਐਸਪੀ ਨੂੰ ਦੁਬਾਰਾ ਦਰਖਾਸਤ ਵੀ ਦੇ ਕੇ ਆਏ ਆ, ਤਾਂ ਉਹ ਵੀ ਸਾਡੀ ਗੱਲ ਸੁਣੀ ਨਹੀਂ, ਤੇ ਤਾਂ ਹੀ ਉਹਦਾ ਕੁਝ ਆਇਆ ਹਜੇ ਤੱਕ 14-15 ਦਿਨ ਹੋ ਗਏ ਆ, ਤੇ ਰਿਜ਼ਲਟ ਨਹੀਂ ਆਇਆ। ਉਹਨਾਂ ਨੇ ਕਿਹਾ ਸੀ ਅਸੀਂ 1 ਤਰੀਕ ਨੂੰ ਦੇ ਕੇ ਆਏ, ਤਾਂ ਉਹਨਾਂ ਨੇ ਕਿਹਾ ਸੀ ਕਿ 3 ਤਰੀਕ ਨੂੰ ਤੁਹਾਡੀ ਉੱਥੇ ਨਕੋਦਰ ਡੀਐਸਪੀ ਕੋਲ ਪਹੁੰਚ ਜਾਏਗੀ, ਤੇ ਤੁਹਾਡੀ ਗੱਲ ਸੁਣੀ ਜਾਏਗੀ, ਤੇ ਤੁਹਾਨੂੰ ਫੈਸਲਾ ਵੀ ਮਿਲੇਗਾ, ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਵੀ ਹੋਏਗੀ। ਪਰ ਇੱਦਾਂ ਦਾ ਕੁਝ ਹੋਇਆ ਨਹੀਂ, ਉਹ ਬਸ ਬੋਲ ਕੇ ਹੀ ਰਹਿ ਗਏ ਆ। ਠੀਕ ਹੈ, ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ? ਸਰ, ਮੈਂ ਪ੍ਰਸ਼ਾਸਨ ਤੋਂ ਹੁਣ ਚਾਹੁੰਦੀ ਹਾਂ ਕਿ ਦੁਕਾਨ ਸਾਡੀ ਹੈ ਤੇ ਮੈਂ ਚਲਾਉਣਾ, ਤੇ ਜਿਹੜੇ ਬੰਦੇ ਸਾਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਤੇ ਮੇਰੇ ਪਰਿਵਾਰ ਨੂੰ ਬਚਾਏ ਜਾਣ। ਜਿਹਨਾਂ ਵਿੱਚ ਬੰਦੇ ਦੇ ਹੈਗੇ ਨੇ ਗੁਰਮੇਲ ਚੁੰਬਰ, ਬਹਾਦਰਪੁਰ ਦੇ ਸਰਪੰਚ ਸੁਰਿੰਦਰਪਾਲ, ਤੇ ਰਵੀਨ ਕੁਮਾਰ, ਤੇ ਐਸਐਚਓ, ਕਿ ਜਿਹੜੇ ਮੇਰੇ ਪਰਿਵਾਰ ਨੂੰ ਦਬਾ ਰਹੇ ਆ ਤੇ ਧਮਕੀਆਂ ਦੇ ਰਹੇ ਨੇ, ਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਪਰਿਵਾਰ ਦੀ ਸੁਰੱਖਿਆ ਇਹਨਾਂ 4 ਬੰਦਿਆਂ ਤੋਂ ਕੀਤੀ ਜਾਵੇ। ਭਰਾ ਲੱਗਤੇ ਭਾਈ।
वो छोटे हैं कि आप छोटे से? उन्हें वो बड़ा है मेरे से। आपसे बड़ा है? हाँ जी। तो आप मुझे बताइए, इनकी जो फैमिली का वो डिस्प्यूट पड़ा है आपके भाई के साथ, क्या है वो मसला क्या है? और ये दोनों साथ रहता था उस टाइम, दोनों बोला इकट्ठा में रहेंगे। उसके बाद प्रॉपर्टी था करीब 70-80 लाख के रुपये के। किस साल में? 2016 में। तब आप साथ थे उनके? मैं बखरे हो गए थे 2016 में? हाँ जी। जब आप बखरे हुए थे तब माल कितना था? बखरे हुए तो 70-80 लाख के तकरीबन था। ठीक है। हाँ जी। आपने अपना हिस्सा ले लिया? हमें अपना हिस्सा ले लिया। ठीक है। हाँ जी। तो उसके बाद जब इनका चल रहा था हाँ जी, दोनों भाइयों का साथ इकट्ठा चल रहा था, इकट्ठा चल रहा था, कम था। उसके बाद मौत कब हुई? तेजा की मौत कब हुई? वो 2011 में हुआ। तो आप बताइए अभी अब क्या बात है, इनकी जो बिगड़ चुकी है वो क्यों बिगड़ी, क्या बात है? उस टाइम इनको बोला साथ रखेंगे, सब प्रॉपर्टी में बराबर हिस्सा होगा। इन लोग का भी दे नहीं रहा हिस्सा। अच्छा। हाँ जी। नहीं, कौन नहीं दे रहा? और रवीन कुमार, वो भी आपका भाई है? हाँ जी। तो क्या उसका क्या क्या रोल था काम में? क्या उसने काम खड़ा किया था? वो नहीं, वो काम नहीं खड़ा किया था। अच्छा, आप बताइए ना भी क्या हाँ, बात है? वो पहले वो मेरे बड़ा भरा ने वो काम खड़ा किया था 2008 में। तेजा ने? हाँ जी। ठीक है, ठीक। आगे बताइए। और 2008 में खड़ा किया, 2011 में वो डेट कर गया। उस टाइम से वो काम चला रहा था, नहीं इनको हिसाब दिया नहीं कुछ किया। अच्छा। लेबर के थ्रू चला रहा था। 2016 में जब मेरे से हो गया बखरे, वो ये दोनों इकट्ठा साथ रहा। हाँ, धोधी रह गया था। वो प्रॉपर्टी कम से कम 70-80 लाख के तकरीबन बीच में था। ठीक है, चलो उसके बाद दोनों भाई चलाए गए। हाँ 2011 में तेजा की मौत हुई? हाँ जी। ठीक है, तो जब उसकी मौत हुई थी आपको तो मालूम, उस टाइम माल कितना था? वो उस टाइम मैं बोले 70-80 लाख रुपये का माल था। ठीक है, तो आज की डेट में कितना होगा? आज के डेट में वही होगा 60-70 का माल अभी भी है। 60-70 लाख का? हाँ जी। ठीक है, तो वो इनको अब क्या देता है? आपको कुछ मालूम है कि आप भाई हो, पंचायत में भी गए होगे, क्या बात हुई थी पंचायत में? अभी वो पंचायत माता ने भाग जाता है। अच्छा, पंचायत में बैठता नहीं है? हम भाग जाता है। अच्छा, क्यों भाग जाता है? उसको क्योंकि प्रॉपर्टी का लालच हो गया, इसलिए भाग जाता है। जाके जो भाई थे उनके बारे में आप क्या जानते हो? तेजा का भाई जो है अभी जो दुकान पर बैठे हुए हैं, वो मान लीजिए कि तेजा अपना एक छोटा भाई है उनका, वहाँ कुछ पीछे दिक्कत था, वो बीमारी के तौर पर उसका कुछ नुक्स पड़ा था, इसलिए करके यहाँ इलाज करवाए, करवा करके तो फिर अपने साथ में रखने लगे। रहते रहते मान लीजिए उनको एक्सीडेंट हो गया। एक्सीडेंट होने के बाद सोचे कि जाएगा कहाँ, तो पैर से नाकाम हो गया है। वो दुकान खोल करके वहाँ पर उनको बैठा दिए, भाई तो माल आएगा अपना गिनती करके देते जाओ, और यहाँ मुंशीगिरी के तौर पर वहाँ अपना देखो, कारोबार अपना करो, तो जो लेबर मिस्त्री है वो हम संभालते हैं। जो अभी कागज है उसकी बात कर रहे हो? हाँ जी, रवीन का। ठीक है। तो वो उन्होंने जा कर के मान ली कि तेजा तब मुक गया। तेजा जब मुके तो उनके हाथ में सारा कारोबार तो उनके हाथ में ही है। अब धीरे धीरे मान लिया कि इन लोग के आ गया मौत, दोनों के तीनों के, तो इनको भी फुटकार दिए वो। उसकी फैमिली को? नहीं, इनको हाँ, गबला भाई को। दोनों में तनाजा पर गया। मतलब ये कहते थे कि जो तो काम करते हैं तो अपने पास रख लेते हैं, तो ना खर्चा देते नहीं और कुछ देते हैं, तेरा हम कुछ देंगे ही नहीं। तो दोनों में तनाजा पड़ने के बाद फिर अपना मान ली कि इनको बखरा कर दिए। दुकान की कीमत मान ली 30 लाख लगाए हैं, तो 10 लाख रुपया इनको दे करके हटा दिए। तो एक भाई को? हाँ, एक भाई को, गवला को। तो बड़ा और छोटा दोनों साथ में रहते थे। तेजा का परिवार तो वो सारे बच्चा उच्चा, तो अब इसका बीच मान लियो दुकान तो तेजा का ही है। अब वो हक जमा करके बैठे हैं पूरा, नहीं मेरा दुकान है। अच्छा, आप भी इनको पहले से जानते हो? हाँ जी। आप ये बताइए आज की डेट में वहाँ पे माल कितने का होगा? देखिए जी, मैं उनके दुकान पर कभी तेजा रहता तो मैं जाते थे, उनके बाद में उनके दुकान पर अभी तक मैं पैर भी नहीं रखते हैं। ऐसे रोड से गुजर जाते हैं पर पैर नहीं रखे हैं। आपको आइडिया तो होगा? आइडिया तो मान ली कि 70-80 लाख का तो होगा ही। ठीक है। हाँ जी। तो आप पहले तो देखते थे? हाँ जी, हाँ जी, बेशक नहीं जाते? हाँ जी, मैं जाते ही नहीं है उनके दुकान पर। ठीक है। रास्ता से गुजर जाते पर वहाँ पर जाते ही नहीं है।
तो रही बात कि मान लें कि ये सारे बेसहारे हैं, इनका कोई अगर सहारा मिल जाए तो हम लोग को बहुत बढ़िया की बात है। क्यों बच्चा ये सब जैसे कहते हैं कि कटोरा हाथ ले लेकर के भीख मांगता है, उसी तरह इनको मौत आ गया है। अभी ये कहीं की नहीं है कोई, अब सामान तो सारा इनका था। इन्हीं का था सारे कुछ, मान लो कि वो हाथ ला करके बैठ गए हैं। इन लोग को अब कहीं मान लो कि चौराहे पर जो कहते खड़ा करके वो मौत आ गया, चौराहे पे बेचारे खड़े हैं, ना तो वहाँ कोई पैसा देते नहीं और कुछ देते हैं इनको, वो भी अपना प्रॉपर्टी बना करके बैठ गए हैं। इधर 1 महीना होते हैं इनका साथ में रहते थे, तो वो भी कमरा करके खाली करके वो भी दूसरे जगह शिफ्ट कर लिए हैं। मेरा नाम है राम छबीला राम जी। ठीक है, आप बताइए, आप भी इनको जानते हैं, हाँ जी, हाँ जी। गिरजा की उसकी फैमिली को, हाँ। आप बताइए भी इनकी क्या दिक्कत क्या है, जो लेन देन का क्या चल रहा है? जब मैंने आया से 2001 थे, इसके साथ काम भी किया। उस टाइम में इन्हें कुछ देर के बाद दुकान खोले, इन्हें कहते छबीले दुकान खोले हैं, ये पत्थर भी ले जाना। मैं भी ज़्यादा काम करते थे ठेकेदारी, तो लेके जाते थे। लेकिन उस टाइम में रवीन जो आए, रवीन का एक्सीडेंट भी हुआ, हमारे हाथ से इकट्ठे रहा, इलाज उलाज सारे कुछ। उसके बाद इसको जो बिठाया कि कहता कोई काम लायक था नहीं, ये पैर टूटा था, कोई काम लायक नहीं था। तो इसको बोला कि कहाँ जाएगा, जो दुकान खोला है, जो गिनती करके जैसे तो कितना माल गया, कितना की करेगा। उस टाइम में ये यही काम कर रहा था, और कोई मालूम नहीं था कि हम क्या करेंगे नहीं करेंगे। जो प्रॉपर्टी था वो तेजे का था, जनरेटर मोटरसाइकिल कई था, 8-16 तो मोटरसाइकिल था। अच्छा, हाँ, जनरेटर 22 था, रगड़ाई वाली मशीन थे, ये सब तेजे के थे। अच्छा, हाँ जी, हाँ जी। तो ये ने हम लोग दिहाड़ी भी काफ़ी देर किए, किए इसके साथ, करके सब कुछ देखे इसके। आपने तेजा के साथ काम किया? हाँ जी, हाँ जी। कितने साल किया? हमने 1998 में आया था इसके साथ लग के, तो उसके बाद हमने 2 ते छोड़ दिया इसके, क्यों बिहार में चल गए। 2002 ते छोड़ के तब चल गए बिहार। फिर आए तब पूछे कि ना दिहाड़ी लगेगा, मैं बोला अपने काम कर लेता हूँ। थोड़ा थोड़ा यही काम देता था, काम करते थे, ठीक है, पर जैसे करने लगे। लेकिन जो ये इसका कमाई कई पास जनरेटर का कमाई आता था, सब कुछ ऐसे बने, ये नहीं बने। तो हमारे साथ जो काफ़ी मेल थे, बाद में जब ऐसा हुआ कि पता दुकान खोले थे, पाल्टी पुल्टी किया, पाल्टी में क्या हुआ हम लोग तो देखे नहीं, पाल्टी में दारू रुपया की नहीं, तबीयत दबे हो गया, तो उसने डेट कर दिया। हाँ, तो रवीन का था इसमें कोई हाथ नहीं है, रवीन का था कुछ मालूम ही नहीं, हमारे सामने सब कुछ मालूम है। वो कौन है? वो ये छोटा पड़ा सबसे तेज। नाम देख रहा है? हाँ हाँ, ठीक है, मतलब उसका कुछ लगा नहीं है इसमें? नहीं, इसमें कुछ नहीं लगा मेरे सामने। हाँ जी, इसको जैसा भरा खजाना पे जो हाथ लग गया ना, वो चीज़ हुआ, हमारे सामने सब कुछ मालूम है इसके बाद। Not getting views, struggling for getting your content viral? Contact us for advertising your content to the right audience and get famous. Grow your reach today. Contact 8728899907 99152 You can check our work on Instagram @JMD Digital Masters. Our other services are music distribution, caller tunes. Also contact for audio with mix and masters in 10,000, full HD video in 45,000. Contact today TH Digital and JMD Digital Masters.